ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਗਿਲਸ ਮੈਂਟੋਰ ਆਨਲਾਈਨ ਈ-ਲਰਨਿੰਗ ਚੈਨਲ ਤੇ। ਜਿੱਦਾਂ ਕਿ ਆਪਣੀ ਪੋਲਿਟੀ ਦੀ ਸੀਰੀਜ਼ ਚੱਲ ਰਹੀ ਹੈ, ਉਹਦਾ ਦੂਸਰਾ ਪਾਠ ਆ ਜਾ ਰਿਹਾ ਹੈ। ਇਹ ਤੁਹਾਡੇ ਆਉਣ ਵਾਲੇ ਸਾਰੇ ਪੰਜਾਬ ਦੇ ਐਗਜ਼ਾਮਸ ਲਈ ਬਹੁਤ ਹੈਲਪਫੁਲ ਰਹੇਗੀ ਤੇ ਰੇਲਵੇ NTPC ਲਈ ਵੀ ਬਹੁਤ ਮਹੱਤਵਪੂਰਨ ਰਹੇਗੀ। ਇਹ ਸੀਰੀਜ਼ ਤੁਹਾਡੀ ਚਲਦੀ ਰਹੇਗੀ ਜਦ ਤੱਕ 1500 MCQ ਨਹੀਂ ਹੋ ਜਾਂਦੇ। ਤੇ ਜਿੱਦਾਂ ਕਿ ਤੁਹਾਡੀ ਮਾਰਕਫੈਟ ਦੀ ਕ੍ਰੈਸ਼ ਕੋਰਸ ਦੀ ਸੀਰੀਜ਼ ਚੱਲ ਰਹੀ ਹੈ, ਉਹ ਉੱਦਾਂ ਹੀ ਰੋਜ਼ ਚੱਲੇਗੀ। ਆਓ ਅੱਜ ਦਾ ਪਹਿਲਾ ਕੁਐਸਚਨ ਕਰੀਏ। When and who was the first country to prepare the preamble? ਪਹਿਲੀ ਕੰਟਰੀ ਕਿਹੜੀ ਸੀ ਜਿਹਨੇ ਪ੍ਰੀਐਂਬਲ ਪ੍ਰਿਪੇਅਰ ਕੀਤਾ ਸੀ? ਉਹ ਸੀ USA। ਕਦੋਂ? 1774 ਵਿੱਚ। ਕਿਹੜੀ ਸੀਗੀ? USA 1774 ਦੇ ਵਿੱਚ। ਠੀਕ ਹੈ, ਇੱਥੇ ਨਾ ਆਪਣਾ ਆਨਸਰ ਠੀਕ ਕਰ ਲੈਣਾ, A ਨਹੀਂ ਹੈ, ਇੱਥੇ ਆਨਸਰ ਹੈ B। ਠੀਕ ਹੈ, ਇਹ ਗਲਤੀ ਨਾਲ ਹੋ ਗਿਆ, B ਆਨਸਰ ਹੈ। ਨੈਕਸਟ ਕੁਐਸਚਨ, ਦ ਕੌਨਸਟੀਟਿਊਸ਼ਨ ਆਫ ਇੰਡੀਆ ਡਰਾਈਵਡ ਇਟਸ ਅਥੋਰਿਟੀ ਟੂ। ਮਤਲਬ ਜਿਹੜਾ ਆਪਣਾ ਕੌਨਸਟੀਟਿਊਸ਼ਨ ਆ ਇੰਡੀਆ ਦਾ, ਉਹ ਆਪਣੀ ਅਥੋਰਿਟੀ ਕਿਹਨੂੰ ਡਰਾਈਵ ਕਰਦਾ? ਦ ਕੌਨਸਟੀਟਿਊਸ਼ਨ ਆਫ ਇੰਡੀਆ ਡਰਾਈਵ ਇਟਸ ਅਥੋਰਿਟੀ ਟੂ ਵੀ ਦ ਪੀਪਲ ਆਫ ਇੰਡੀਆ। ਕਿਹਨੂੰ ਕਰਦਾ ਵਾ? ਵੀ ਦ ਪੀਪਲ ਆਫ ਇੰਡੀਆ। ਦ ਕੌਨਸਟੀਟਿਊਸ਼ਨ ਆਫ ਇੰਡੀਆ ਡਰਾਈਵਡ ਇਟਸ ਅਥੋਰਿਟੀ ਟੂ ਵੀ ਦ ਪੀਪਲ ਆਫ ਇੰਡੀਆ। ਨੈਕਸਟ ਕੁਐਸਚਨ, ਦ ਆਈਡੀਆ ਆਫ ਪ੍ਰੀਐਂਬਲ ਵਾਜ਼ ਬੋਰਡ ਫਰੋਮ USA। ਕਿੱਥੋਂ ਲਿੱਤਾ ਗਿਆ ਸੀ ਪ੍ਰੀਐਂਬਲ ਦਾ ਆਈਡੀਆ? USA। ਅੱਜ ਆਪਾਂ ਪ੍ਰੀਐਂਬਲ ਦੇ ਰਿਲੇਟਿਡ ਤੇ ਕੁਝ ਹੋਰ ਕੁਐਸਚਨਸ ਨੂੰ ਕਰਾਂਗੇ ਤਾਂ ਕਿ ਤੁਹਾਡਾ ਪ੍ਰੀਐਂਬਲ ਦਾ ਇਹ ਟੌਪਿਕ ਦਾ ਕੋਈ ਕੁਐਸਚਨ ਕਦੀ ਰਵੇ ਨਾ, ਤੁਸੀਂ ਹਮੇਸ਼ਾ ਇਹ ਕੁਐਸਚਨ ਨੂੰ ਪੇਪਰ ਦੇ ਵਿੱਚ ਅਟੈਂਪਟ ਕਰ ਸਕੋ। ਠੀਕ ਹੈ, ਦ ਵਰਡ ਜਸਟਿਸ ਇਨ ਦ ਪ੍ਰੀਐਂਬਲ ਹੈਜ਼ ਬੀਨ ਟੇਕਨ ਫਰੋਮ ਵਿਚ ਰੈਵੋਲੂਸ਼ਨ। ਜਿਹੜਾ ਜਸਟਿਸ ਵਰਡ ਹੈ ਪ੍ਰੀਐਂਬਲ ਦੇ ਵਿੱਚ, ਉਹ ਕਿਹੜੀ ਰੈਵੋਲੂਸ਼ਨ ਤੋਂ ਲਿੱਤਾ ਗਿਆ? ਰਸ਼ੀਅਨ ਰੈਵੋਲੂਸ਼ਨ। ਕਿਹੜੀ ਰੈਵੋਲੂਸ਼ਨ ਤੋਂ ਲਿੱਤਾ ਗਿਆ? ਰਸ਼ੀਅਨ ਰੈਵੋਲੂਸ਼ਨ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹ ਪੰਜਾਬ ਦੇ ਪਿਛਲੇ ਪੇਪਰਾਂ ਦੇ ਵਿੱਚ ਆਇਆ ਹੋਇਆ ਵਾ। ਰਸ਼ੀਅਨ ਰੈਵੋਲੂਸ਼ਨ ਹੋਈ ਕਦੋਂ ਸੀ? 1917 ਦੇ ਵਿੱਚ ਹੋਈ ਸੀ। ਕਦੋਂ ਹੋਈ ਸੀ? 1917 ਦੇ ਵਿੱਚ। ਇਹ ਈਅਰ ਰਸ਼ੀਅਨ ਰੈਵੋਲੂਸ਼ਨ ਦਾ ਮੈਂ ਕਿਉਂ ਦੱਸ ਰਹੀ ਹਾਂ, ਕਈ ਵਾਰੀ ਕੀ ਹੁੰਦਾ ਹੈ ਹਿਸਟਰੀ ਦੇ ਕੁਐਸਚਨਸ ਵਿੱਚ ਕਿਹਾ ਜਾਂਦਾ ਹੈ ਇਹ ਰੈਵੋਲੂਸ਼ਨਸ ਨੂੰ ਕ੍ਰੋਨਿਕਲ ਆਰਡਰ ਵਿੱਚ ਲਿਖੋ। ਮਤਲਬ ਜਿਹੜੀ ਪਹਿਲੇ ਹੋਈ ਸੀ ਉਹ ਪਹਿਲੇ, ਫਿਰ ਦੂਸਰੀ ਤੇ ਦੂਸਰੀ। ਤਾਂ ਕਈ ਵਾਰੀ ਇਹ ਰਸ਼ੀਅਨ ਰੈਵੋਲੂਸ਼ਨ, ਫਰੈਂਚ ਰੈਵੋਲੂਸ਼ਨ, ਅਮਰੀਕਨ ਰੈਵੋਲੂਸ਼ਨ ਆ ਜਾਂਦੇ ਨੇ, ਤਾਂ ਉਹਨਾਂ ਦਾ ਅਗਰ ਸਾਨੂੰ ਕੋਈ ਈਅਰ ਯਾਦ ਹੈ ਤਾਂ ਇਸ ਤਰ੍ਹਾਂ ਤੁਹਾਡਾ ਹਿਸਟਰੀ ਦਾ ਕੁਐਸਚਨ ਵੀ ਕੀ ਹੋ ਸਕਦਾ ਵਾ? ਅਟੈਂਪਟ ਹੋ ਸਕਦਾ ਵਾ। ਠੀਕ ਹੈ, ਹੁਣ ਅੱਗੇ ਕੀ ਹੈ, ਜਦੋਂ ਰਸ਼ੀਅਨ ਰੈਵੋਲੂਸ਼ਨ ਹੋਈ ਸੀ ਉਦੋਂ ਰੂਲਰ ਕੌਣ ਸੀ? ਤਸਾਰ ਨਿਕੋਲਸ II ਸੀਗਾ। ਠੀਕ ਹੈ, ਤੇ ਤਿੰਨ ਵਰਡਸ ਲਿਬਰਟੀ, ਇਕੁਐਲਿਟੀ ਤੇ ਫੈਟਰਨਿਟੀ ਵਰਡ ਨੂੰ ਜਿਹੜਾ ਐਡ ਲਿੱਤਾ ਗਿਆ ਸੀ, ਐਡ ਨਹੀਂ, ਕਿੱਥੋਂ ਲਿੱਤਾ ਗਿਆ ਸੀ? ਆਪਾਂ ਕਿੱਥੋਂ ਲਿੱਤਾ ਸੀ? ਫ੍ਰੈਂਚ ਰੈਵੋਲੂਸ਼ਨ। ਉਹ ਕਦੋਂ ਹੋਈ ਸੀਗੀ? ਆਪਣੀ 1789 ਦੇ ਵਿੱਚ ਹੋਈ ਸੀ। ਤੇ ਉਸ ਟਾਈਮ ਦੇ ਰੂਲਰ ਕੌਣ ਸੀਗੇ? ਆਪਣੇ ਰੂਲਰ ਸੀ ਲੂਇਸ 16। ਠੀਕ ਹੈ, ਇਹ ਯਾਦ ਰੱਖਣੇ। ਤੁਹਾਡੇ ਦੋ ਕੁਐਸਚਨਸ ਇਹਦੇ ਵਿੱਚ ਹੋ ਗਏ ਨੇ, ਪਹਿਲਾ ਜਸਟਿਸ ਤੇ ਦੂਸਰਾ ਲਿਬਰਟੀ, ਇਕੁਐਲਿਟੀ ਤੇ ਫੈਟਰਨਿਟੀ ਕਿੱਥੋਂ ਲਿੱਤਾ ਗਿਆ। ਇਹ ਦੋਨੋਂ ਕੁਐਸਚਨਸ ਇੰਪੋਰਟੈਂਟ ਹੈ, ਕਿਸੇ ਨਾ ਕਿਸੇ ਪੇਪਰ 'ਚ ਪੁੱਛੇ ਹੀ ਜਾਂਦੇ ਨੇ। ਇਹਨਾਂ ਦੀ ਉਮੀਦ ਵੀ ਹੈ ਕਿ RRB NTPC ਵੀ ਤੁਹਾਡੇ ਕੋਲੋਂ ਇਹ ਕੁਐਸਚਨ ਪੁੱਛਿਆ ਜਾਵੇ। ਲਿਬਰਟੀ, ਇਕੁਐਲਿਟੀ, ਫੈਟਰਨਿਟੀ ਮਾਰਕਫੈਟ ਦੇ ਪੇਪਰ 'ਚ ਵੀ ਪੁੱਛਿਆ ਜਾ ਸਕਦਾ ਹੈ, ਕਿਉਂਕਿ ਇਹ ਬਹੁਤ ਇੰਪੋਰਟੈਂਟ ਕੁਐਸਚਨ ਮੰਨਿਆ ਜਾਂਦਾ ਵਾ ਪੋਲਿਟੀ ਦੇ ਵਿੱਚ। ਪੋਲਿਟੀ ਦੇ ਪ੍ਰੀਐਂਬਲ ਦੇ ਪਾਰਟ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਹੁੰਦਾ ਵਾ। ਅਗਲੇ ਕੁਐਸਚਨ ਤੇ ਚੱਲਦੇ ਹਾਂ ਆਪਾਂ ਹੁਣ। ਅਕੋਰਡਿੰਗ ਟੂ ਪ੍ਰੀਐਂਬਲ ਦ ਕਰੈਕਟ ਆਰਡਰ ਇਜ਼। ਮਤਲਬ ਜਿਹੜਾ ਆਪਣਾ ਪ੍ਰੀਐਂਬਲ ਹੈ ਉਹਦਾ ਕਰੈਕਟ ਆਰਡਰ ਕੀ ਹੈ? ਇਹਦਾ ਆਨਸਰ ਕੀ ਹੈ? D। ਕੀ ਆਨਸਰ ਹੈ? D। ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ। ਇਹ ਇਸੇ ਸੀਰੀਜ਼ ਵਿੱਚ ਹੀ ਯਾਦ ਰੱਖਣਾ ਹੈ। ਇਹ ਨਹੀਂ ਕਿ ਆਪਾਂ ਸੋਸ਼ਲਿਸਟ, ਸੋਵਰਨ, ਸੈਕੂਲਰ ਕਰ ਦਈਏ, ਗਲਤ, ਬਿਲਕੁਲ ਗਲਤ ਹੋ ਜਾਏਗਾ ਤੁਹਾਡਾ ਕੁਐਸਚਨ ਨੂੰ। ਬਿਲਕੁਲ ਸੀਰੀਜ਼ ਵਿੱਚ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਤੇ ਰਿਪਬਲਿਕ। ਠੀਕ ਹੈ, ਹੁਣ ਪ੍ਰੀਐਂਬਲ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀ। ਕਿਹੜੀ ਅਮੈਂਡਮੈਂਟ ਹੋਈ ਸੀ? 42 ਅਮੈਂਡਮੈਂਟ 1976। ਇੱਕ ਗੱਲ ਯਾਦ ਰੱਖਣਾ, ਪ੍ਰੀਐਂਬਲ ਦੇ ਵਿੱਚ ਸਿਰਫ ਇੱਕੋ ਵਾਰੀ ਅਮੈਂਡਮੈਂਟ ਕੀਤੀ ਗਈ ਹੈ। ਉਹ ਅਮੈਂਡਮੈਂਟ ਕਿਹੜੀ ਸੀ? 42 ਅਮੈਂਡਮੈਂਟ 1976। ਇਸ ਅਮੈਂਡਮੈਂਟ ਦੀ ਇੱਕ ਗੱਲ ਹੋਰ ਯਾਦ ਰੱਖਣੀ, ਇਹਨੂੰ ਮਿਨੀ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਇਹ ਲਈ ਅਮੈਂਡਮੈਂਟ ਨੂੰ ਕੀ ਕਿਹਾ ਜਾਂਦਾ ਵਾ? ਮਿਨੀ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਕਿਹੜੇ ਕਿਹੜੇ ਵਰਡਸ ਐਡ ਕੀਤੇ ਸੀ ਇਹਦੇ ਵਿੱਚ? ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰਿਟੀ। ਸੋਸ਼ਲਿਸਟ ਤੇ ਸੈਕੂਲਰ ਤਾਂ ਤੁਹਾਡਾ ਆ ਗਿਆ। ਇੰਟੀਗ੍ਰਿਟੀ ਵਰਡ ਕਿੱਥੇ ਕੀਤਾ ਗਿਆ ਸੀ? ਜਿੱਥੇ ਤੁਹਾਡਾ ਫੈਟਰਨਿਟੀ ਮੈਂਸ਼ਨ ਹੈ ਨਾ ਪ੍ਰੀਐਂਬਲ ਦੇ ਵਿੱਚ। ਅੱਗੇ ਸਲਾਈਡ ਵਿੱਚ ਤੁਹਾਨੂੰ ਪ੍ਰੋਪਰ ਪ੍ਰੀਐਂਬਲ ਆਵੇਗਾ, ਤੁਹਾਨੂੰ ਦਿਖਾਇਆ ਜਾਏਗਾ, ਉਹਦੇ ਅੰਡਰ ਤੁਹਾਡਾ ਇੰਟੀਗ੍ਰਿਟੀ ਵਰਡ ਨੂੰ ਕੀ ਸੀਗਾ? ਐਡ ਕੀਤਾ ਗਿਆ ਸੀ। ਠੀਕ ਹੈ, ਮੈਂ ਪੁਆਇੰਟ ਦੁਬਾਰਾ ਰਿਪੀਟ ਕਰਦੀ ਹਾਂ, ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਵਾ। ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰਿਟੀ ਵਰਡ ਪ੍ਰੀਐਂਬਲ ਦੇ ਵਿੱਚ 42 ਅਮੈਂਡਮੈਂਟ 1976। ਇਹ ਅਮੈਂਡਮੈਂਟ ਨੂੰ ਮਿਨੀ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈਗਾ ਵਾ। ਠੀਕ ਹੈ, ਤੇ ਉਸ ਟਾਈਮ ਤੇ ਆਪਣੇ PM ਕੌਣ ਸੀ? ਇੰਦਰਾ ਗਾਂਧੀ ਜੀ। ਕੌਣ ਸੀ PM? ਇੰਦਰਾ ਗਾਂਧੀ ਆਪਣੀ ਕੌਣ ਸੀ?
PM ਸੀ ਉਸ ਟਾਈਮ ਤੇ। In which case it was declared that preamble is part of our constitution। ਹਾਂਜੀ, ਹੁਣ preamble ਨੂੰ ਲੈ ਕੇ ਨਾ 3 ਕੇਸਿਸ ਹੋਏ ਸੀ, ਠੀਕ ਹੈ, 3 ਕੇਸਿਸ ਹੋਏ ਸੀ। ਪਹਿਲਾ ਕੇਸ ਸੀ ਬੈਰੂਵੇਰੀ, ਦੂਸਰਾ ਸੀ ਕੇਸ਼ਵ ਨੰਦਾ, ਤੀਸਰਾ ਸੀ LIC ਆਫ ਇੰਡੀਆ, ਠੀਕ ਹੈ। ਹੁਣ ਇਹਦੇ ਵਿੱਚ ਕਿ ਸਭ ਤੋਂ ਪਹਿਲੇ ਪ੍ਰੀਐਂਬਲ ਨੂੰ ਪਾਰਟ ਆਫ ਕੌਨਸਟੀਟਿਊਸ਼ਨ ਕਿਹੜੇ ਕੇਸ ਵਿੱਚ ਕਿਹਾ ਗਿਆ ਸੀ? ਉਹ ਕਿਹਾ ਗਿਆ ਸੀਗਾ ਕੇਸ਼ਵ ਨੰਦਾ ਭਾਰਤੀ ਕੇਸ। ਕਿਹੜੇ ਕੇਸ ਵਿੱਚ ਕਿਹਾ ਗਿਆ ਸੀ? ਕੇਸ਼ਵ ਨੰਦਾ ਭਾਰਤੀ ਕੇਸ, ਠੀਕ ਹੈ। ਯਾਦ ਰੱਖਣਾ ਕਿਹੜੇ ਕੇਸ ਵਿੱਚ ਕਿਹਾ ਗਿਆ ਸੀ? ਕੇਸ਼ਵ ਨੰਦਾ ਭਾਰਤੀ ਕੇਸ। 3 ਕੇਸ ਹੋਏ ਸੀ, ਕਿਹੜੇ ਕੇਸ ਵਿੱਚ ਕਿਹਾ ਗਿਆ ਸੀ? ਕੇਸ਼ਵ ਨੰਦਾ ਭਾਰਤੀ ਕੇਸ, ਠੀਕ ਹੈ। ਇਹ ਵਾਲੇ ਕੇਸ ਵਿੱਚ ਕੀ ਕਿਹਾ ਗਿਆ ਸੀ? ਪ੍ਰੀਐਂਬਲ ਆਪਣਾ ਕੌਨਸਟੀਟਿਊਸ਼ਨ ਦਾ ਪਾਰਟ ਨਹੀਂ ਹੈ, ਮਤਲਬ ਅਸੀਂ ਪ੍ਰੀਐਂਬਲ ਨੂੰ ਅਮੈਂਡ ਨਹੀਂ ਕਰ ਸਕਦੇ। ਇਹ ਕੇਸ 'ਚ ਕਹਿਤਾ ਸੀ ਕਿ ਪ੍ਰੀਐਂਬਲ ਆਪਣੇ ਕੌਨਸਟੀਟਿਊਸ਼ਨ ਦਾ ਪਾਰਟ ਹੈ ਤੇ ਅਸੀਂ ਉਹਨੂੰ ਅਮੈਂਡ ਕਰ ਸਕਦੇ ਹਾਂ। ਕਿਹੜੇ ਆਰਟੀਕਲ ਦੇ ਅੰਦਰ? 368 ਆਰਟੀਕਲ ਦੇ ਅੰਦਰ। ਲੇਕਿਨ ਜਿਹੜਾ ਸਾਡਾ ਬੇਸਿਕ ਸਟਰਕਚਰ ਹੈ, ਕੀ ਬੇਸਿਕ ਸਟਰਕਚਰ ਕੀ ਹੈ? ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ, ਸੋਵਰਨ, ਇਹ ਜਿਹੜੇ ਸਾਡੇ ਬੇਸਿਕ ਸਟਰਕਚਰ ਨੇ ਇਹਨੂੰ ਨਹੀਂ ਆਪਾਂ ਛੇੜ ਸਕਦੇ। ਪ੍ਰੀਐਂਬਲ ਅਮੈਂਡ ਹੋ ਸਕਦਾ ਹੈ, ਆਪਾਂ ਅਮੈਂਡ ਕੀਤਾ ਨਾ, 42 ਅਮੈਂਡਮੈਂਟ ਹੈਗੀ ਹੈ, ਪਰ ਆਪਾਂ ਬੇਸਿਕ ਸਟਰਕਚਰ ਨੂੰ ਅਮੈਂਡ ਨਹੀਂ ਕਰ ਸਕਦੇ ਆਪਣੇ ਕੌਨਸਟੀਟਿਊਸ਼ਨ ਦੇ, ਠੀਕ ਹੈ। ਇੱਥੇ ਹੀ ਲਿਖਿਆ ਆਰਟੀਕਲ 368, ਦੇਖੋ ਆਰਟੀਕਲ 368 ਦੇ ਅੰਡਰ ਕਰ ਸਕਦੇ ਹਾਂ, ਪਰ ਬੇਸਿਕ ਸਟਰਕਚਰ ਕੈਨ ਨਾਟ ਬੀ ਅਮੈਂਡਡ, ਠੀਕ ਹੈ। ਹੁਣ ਅਗਲਾ ਕੁਐਸਚਨ, ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਨੋਟ ਟਰੂ? ਪ੍ਰੀਐਂਬਲ ਨੂੰ ਲੈ ਕੇ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਟਰੂ ਨਹੀਂ ਹੈ? ਇਹ ਤੁਹਾਡਾ ਪ੍ਰੀਵੀਅਸ ਈਅਰ ਪੇਪਰ ਵਿੱਚ ਚੱਕਿਆ ਗਿਆ ਵਾ। ਦ ਡੇਟ ਆਫ ਇੰਪਲੀਮੈਂਟੇਸ਼ਨ ਆਫ ਇੰਡੀਅਨ ਕੌਨਸਟੀਟਿਊਸ਼ਨ ਇਜ਼ ਨਵੰਬਰ 26, 1949। ਨਹੀਂ, ਇਹ ਸਟੇਟਮੈਂਟ ਗਲਤ ਹੈ। ਇਹਨਾਂ ਨੇ ਕਿ ਇੰਪਲੀਮੈਂਟੇਸ਼ਨ, ਤੁਹਾਨੂੰ ਮੈਂ ਕੱਲ੍ਹ ਵੀ ਦੱਸਿਆ ਸੀ ਇੰਪਲੀਮੈਂਟ ਕਦੋਂ ਹੋਇਆ ਸੀ? 26 ਜਨਵਰੀ ਨੂੰ, ਠੀਕ ਹੈ, 26 ਜਨਵਰੀ ਨੂੰ। ਤੇ ਇਨੈਕਟ ਹੋਇਆ ਸੀ, ਮਤਲਬ ਪ੍ਰੀਪੇਅਰ ਕੀਤਾ ਗਿਆ ਸੀਗਾ। ਕੀ ਕੀਤਾ ਗਿਆ ਸੀ? ਪ੍ਰੀਪੇਅਰ ਕੀਤਾ ਗਿਆ ਸੀ ਇਸ ਦਿਨ। ਅਗਰ ਇੱਥੇ ਇੰਪਲੀਮੈਂਟੇਸ਼ਨ ਦੀ ਜਗ੍ਹਾ ਲਿਖਿਆ ਹੁੰਦਾ ਪ੍ਰੀਪੇਅਰ, ਤਾਂ ਇਹ ਸਟੇਟਮੈਂਟ ਕੀ ਹੋ ਜਾਣੀ ਸੀ? ਠੀਕ। ਲੇਕਿਨ ਹੁਣ ਕੀ ਹੋ ਗਈ? ਇਹ ਸਟੇਟਮੈਂਟ ਗਲਤ, ਠੀਕ ਹੈ। ਅਗਲੀ ਸਟੇਟਮੈਂਟ ਦੇਖਦੇ ਹਾਂ ਆਪਾਂ। ਅਗਲੀ ਸਟੇਟਮੈਂਟ ਦੇਖਦੇ ਹਾਂ। ਦ ਵਰਡ ਸੈਕੂਲਰ ਵਰਡ ਹੈਜ਼ ਬੀਨ ਐਡਿਡ ਇਨ 42 ਕੌਨਸਟੀਟਿਊਸ਼ਨਲ ਅਮੈਂਡਮੈਂਟ। ਇਹ ਠੀਕ ਹੈ, ਆਪਾਂ ਹੁਣੇ ਪਿੱਛੇ ਕੀਤਾ ਵਾ ਵਰਡਸ ਨੂੰ 42 ਅਮੈਂਡਮੈਂਟ ਵਿੱਚ ਕਿਹੜੇ ਕਿਹੜੇ ਵਰਡਸ ਨੂੰ ਕੀਤਾ ਗਿਆ? ਸੈਕੂਲਰ, ਇੰਟੀਗ੍ਰਿਟੀ, ਸੋਸ਼ਲਿਸਟ ਨੂੰ ਆਪਾਂ ਐਡ ਕੀਤਾ 42 ਅਮੈਂਡਮੈਂਟ ਦੇ ਅਕੋਰਡਿੰਗ। 42 ਕੌਨਸਟੀਟਿਊਸ਼ਨਲ ਅਮੈਂਡਮੈਂਟ 1976, ਬਿਲਕੁਲ ਠੀਕ ਹੈ। ਹੁਣੇ ਕੀਤਾ ਆਪਾਂ 42 ਅਮੈਂਡਮੈਂਟ 1976 ਵਿੱਚ ਹੋਈ ਹੈ। ਹੁਣ ਇਹ ਦੇਖੋ, ਦੇਖ ਰਹੇ ਹੋ ਅਮੈਂਡਮੈਂਟਸ ਦੀ ਈਅਰਸ ਵੀ ਇੰਪੋਰਟੈਂਟ ਹੈ। ਪ੍ਰੀਵੀਅਸ ਈਅਰ 'ਚ ਕੀਤਾ। ਕੱਲ੍ਹ ਮੈਂ ਜਦੋਂ ਤੁਹਾਨੂੰ ਲੈਂਗੁਏਜਿਸ ਦੇ ਸ਼ਡਿਊਲ ਦਾ ਕੁਐਸਚਨ ਕਰਵਾਇਆ ਸੀ, ਉਦੋਂ ਮੈਂ ਕੀ ਕਿਹਾ ਸੀ ਕਿ ਅਮੈਂਡਮੈਂਟਸ ਦੇ ਆਪਾਂ ਈਅਰਸ ਨੂੰ ਯਾਦ ਰੱਖਣਾ ਹੈ। ਕਿਉਂ? ਕਿੱਦਾਂ ਇੱਦਾਂ ਕੁਐਸਚਨ ਆ ਜਾਂਦੇ ਨੇ, ਇਹ ਪ੍ਰੀਵੀਅਸ ਈਅਰ ਦਾ ਹੀ ਕੁਐਸਚਨ ਹੈਗਾ ਵੈ, ਠੀਕ ਹੈ। ਸੋਸ਼ਲ, ਇਕੋਨੋਮਿਕ ਐਂਡ ਪੋਲੀਟੀਕਲ ਜਸਟਿਸ ਹੈਜ਼ ਬੀਨ ਟੇਕਨ ਫਰੋਮ ਦ ਰਸ਼ੀਅਨ ਰੈਵੋਲੂਸ਼ਨ ਇਨ ਦ ਇੰਡੀਅਨ ਡੇ। ਹੁਣ ਜਿਹੜੇ ਇਹ 3 ਵਰਡਸ ਨੇ, ਸੋਸ਼ਲ, ਇਕੋਨੋਮਿਕ, ਪੋਲੀਟੀਕਲ, ਇਹ ਕਿਹਦੇ ਅੰਡਰ ਆਉਂਦੇ ਨੇ? ਜਸਟਿਸ। ਤੇ ਜਸਟਿਸ ਤੁਹਾਨੂੰ ਮੈਂ ਹੁਣੇ ਦੱਸਿਆ ਕਿੱਥੋਂ ਲਿੱਤਾ ਗਿਆ? ਰਸ਼ੀਅਨ ਰੈਵੋਲੂਸ਼ਨ ਤੋਂ, ਠੀਕ ਹੈ। ਇਸ ਤਰ੍ਹਾਂ ਦੇ ਵੀ ਕੁਐਸਚਨ ਆ ਜਾਂਦੇ ਨੇ। ਰਸ਼ੀਅਨ ਰੈਵੋਲੂਸ਼ਨ ਤੋਂ ਕੀ ਹੈ? ਜਸਟਿਸ ਵਰਡ ਨੂੰ ਆਪਾਂ ਲਿੱਤਾ ਹੋਇਆ। ਸੋ ਇਹਦਾ ਆਨਸਰ ਕੀ ਹੋ ਜਾਏਗਾ? ਮਤਲਬ ਇਹ ਵੀ ਸਟੇਟਮੈਂਟ ਠੀਕ ਹੈ ਆਪਣੀ, ਮਤਲਬ ਇਹ ਵੀ ਸਟੇਟਮੈਂਟ ਠੀਕ ਹੈ, ਇਹ ਵੀ ਸਟੇਟਮੈਂਟ ਠੀਕ ਹੈ, ਇਹ ਵੀ। ਇਨਕਰੈਕਟ ਸਟੇਟਮੈਂਟ ਕੀ ਹੈ? ਏ ਕੀ ਹੈ ਆਪਣੀ? ਇਨਕਰੈਕਟ ਸਟੇਟਮੈਂਟ, ਠੀਕ ਹੈ। ਤੇ ਮਤਲਬ ਹੁਣ ਆਪਣਾ ਆਨਸਰ ਕੀ ਹੋ ਗਿਆ? ਏ ਆਪਸ਼ਨ, ਠੀਕ ਹੈ। ਆਨਸਰ ਕੀ ਹੋ ਗਿਆ? ਏ ਆਪਸ਼ਨ। ਸਾਡੇ ਕੋਲ ਇਨਕਰੈਕਟ ਪੁੱਛਿਆ ਤਾਂ ਆਪਣਾ ਏ ਆਪਸ਼ਨ ਹੋ ਗਿਆ। ਅਗਰ ਕਰੈਕਟ ਪੁੱਛਿਆ ਜਾਂਦਾ ਤਾਂ ਆਪਸ਼ਨ ਕੀ ਹੋ ਜਾਣਾ ਸੀ? B, C, D, ਠੀਕ ਹੈ। ਇਹ ਕੀ ਨੇ? ਕਰੈਕਟ ਆਪਸ਼ਨਸ। ਇਹ ਨੇ ਕਰੈਕਟ ਤੇ ਇਹ ਕੀ ਨੇ? ਇਨਕਰੈਕਟ। ਇਹ ਕੀ ਹੈ? ਇਨਕਰੈਕਟ। ਸਮਝ ਲੱਗ ਗਈ? ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਹੈ, ਪ੍ਰੀਵੀਅਸ ਈਅਰ ਹੈ, ਅੱਗੇ ਵੀ ਪੁੱਛਿਆ ਜਾ ਸਕਦਾ ਹੈ। ਵਾਟ ਇਜ਼ ਦ ਟਰੂ ਮੀਨਿੰਗ ਆਫ ਸੈਕੂਲਰ? ਹੁਣ ਜਿਹੜਾ ਵਰਡ ਹੈ ਆਪਣਾ ਸੈਕੂਲਰ, ਠੀਕ ਹੈ, ਉਹਦਾ ਮੀਨਿੰਗ ਕੀ ਹੈ? ਇਹਦਾ ਮੀਨਿੰਗ ਕੀ ਹੈ? ਆਲ ਰਿਲੀਜਨਸ ਆਰ ਇਕੁਅਲ ਇਨ ਦ ਆਈਜ਼ ਆਫ ਗਵਰਨਮੈਂਟ। ਮਤਲਬ ਕੋਈ ਵੀ ਰਿਲੀਜਨ ਹੈ ਉਹ ਗਵਰਨਮੈਂਟ ਦੀ ਨਜ਼ਰਾਂ ਵਿੱਚ ਸਾਰੇ ਬਰਾਬਰ ਨੇ। ਐ ਨਹੀਂ ਕਿ ਹਿੰਦੂ ਨੂੰ ਸਭ ਤੋਂ ਉੱਪਰ ਰੱਖਤਾ, ਠੀਕ ਹੈ, ਕਿਸੇ ਵੀ ਰਿਲੀਜਨ ਨੂੰ, ਸਾਰੇ ਕੀ ਨੇ? ਇਕੁਅਲ ਨੇ। ਸੈਕੂਲਰ ਦਾ ਮੀਨਿੰਗ ਕੀ ਹੈਗਾ? ਸਾਰੇ ਕੀ ਨੇ? ਇਕੁਅਲ ਨੇ। ਹੁਣ ਇਹ ਦੇਖੋ ਤੁਹਾਡਾ ਪ੍ਰੀਐਂਬਲ ਹੈ ਸਾਰਾ। ਅਗਰ ਤੁਹਾਨੂੰ ਇਹ ਸਾਰੇ ਪ੍ਰੀਐਂਬਲ ਦੇ ਕੁਐਸਚਨ ਸੀ, ਇਹਨਾਂ 'ਚੋਂ ਉੱਤੇ ਕੁਐਸਚਨ ਨਹੀਂ ਆਏਗਾ। ਇਹ ਸਾਰੇ ਪ੍ਰੀਐਂਬਲ ਦੇ ਕੁਐਸਚਨ ਇਹਨਾਂ ਦੇ ਵਿੱਚੋਂ ਹੀ ਬਣਦੇ ਨੇ, ਕੁਝ ਡਿਫਰੈਂਟ ਨਹੀਂ ਆਉਂਦਾ, ਕੁਝ ਅਲੱਗ ਨਹੀਂ ਬਣ ਕੇ ਆ ਜਾਂਦਾ ਪੇਪਰ ਦੇ ਵਿੱਚ। ਜੇ ਤੁਹਾਨੂੰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹ ਲਓ, ਉਹਦੇ ਵਿੱਚੋਂ ਹੀ ਤੁਹਾਡੇ ਕੋਲ ਸਾਰਾ ਕੁਝ ਆਵੇਗਾ, ਠੀਕ ਹੈ। ਹੁਣ ਆਪਾਂ ਇਹ ਕੁਐਸਚਨ ਕਰਦੇ ਹਾਂ। ਦੇਖੋ
ਇਹ ਧਿਆਨ ਨਾਲ ਪ੍ਰੀਐਂਬਲ ਨੂੰ ਸਮਝਣਾ, ਤੁਹਾਡਾ ਕੋਈ ਵੀ ਕੁਐਸਚਨ ਕਦੇ ਵੀ ਪ੍ਰੀਐਂਬਲ ਦਾ ਨਹੀਂ ਰਹੇਗਾ। ਵੀ ਦ ਪੀਪਲ ਆਫ ਇੰਡੀਆ, ਆਪਾਂ ਇਹ ਕੀਤਾ ਸੀ ਕੌਨਸਟੀਟਿਊਸ਼ਨ ਕਿਹਨੂੰ ਕਹਿੰਦਾ ਵਾ, ਮੇਨ ਕਿਹਨੂੰ ਬਣਦਾ ਵਾ, ਕਿਹਦੇ ਲਈ ਕੌਨਸਟੀਟਿਊਸ਼ਨ ਹੈ, ਵੀ ਦ ਪੀਪਲ ਆਫ ਇੰਡੀਆ ਲਈ। ਇਹ ਇੱਥੋਂ ਚੱਕਿਆ ਗਿਆ ਪ੍ਰੀਐਂਬਲ ਦੇ। ਉਹ ਕੁਐਸਚਨ ਇੱਦਾਂ ਵੀ ਆ ਸਕਦਾ, ਅਕੋਰਡਿੰਗ ਟੂ ਪ੍ਰੀਐਂਬਲ ਦ ਕੌਨਸਟੀਟਿਊਸ਼ਨ ਇਜ਼ ਰਿਜ਼ੋਲਵ ਟੂ, ਸਿੱਧਾ ਵੀ ਦ ਪੀਪਲ ਆਫ ਇੰਡੀਆ। ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ, ਇਸ ਸੀਰੀਜ਼ ਵਿੱਚ ਹੀ ਕਰਨਾ ਹੈ, ਠੀਕ ਹੈ। ਟੂ ਸਿਕਿਉਰ ਆਲ ਇਟਸ ਸਿਟੀਜ਼ਨਸ, ਆਪਣੇ ਸਿਟੀਜ਼ਨਸ ਨੂੰ ਸਿਕਿਉਰ ਕਰਨਾ। ਉਹਦੇ ਵਿੱਚ ਕੀ ਹੈ, ਜਸਟਿਸ ਦੇਣਾ। ਜਸਟਿਸ ਦੇ ਵਿੱਚ ਸੋਸ਼ਲ, ਇਕੋਨੋਮਿਕ ਐਂਡ ਪੋਲੀਟੀਕਲ। ਹੁਣ ਆਪਾਂ ਨੂੰ ਇਹ ਇਨਕਰੈਕਟ ਸਟੇਟਮੈਂਟ ਆਪਾਂ ਨੂੰ ਪੁੱਛੀ ਗਈ ਸੀ, ਉਹਦੇ ਵਿੱਚ ਇੱਕ ਸਟੇਟਮੈਂਟ ਸੀਗੀ ਨਾ, ਜਸਟਿਸ ਦੇ ਅੰਦਰ ਕੀ ਆਉਂਦਾ, ਸੋਸ਼ਲ, ਇਕੋਨਮੀ ਤੇ ਪੋਲੀਟੀਕਲ। ਫਿਰ ਲਿਬਰਟੀ ਆਫ ਥਾਟ, ਐਕਸਪ੍ਰੈਸ਼ਨ, ਬਿਲੀਫ, ਫੇਥ ਤੇ ਵਰਸ਼ਿਪ। ਇਹ ਯਾਦ ਰੱਖਣਾ, ਲਿਬਰਟੀ ਕਿਸ ਕਿਸ ਚੀਜ਼ ਦੀ, ਥਾਟ ਦੀ, ਐਕਸਪ੍ਰੈਸ਼ਨ ਦੀ, ਬਿਲੀਫ ਦੀ, ਫੇਥ ਦੀ ਤੇ ਵਰਸ਼ਿਪ ਦੀ, ਠੀਕ ਹੈ। ਥਾਟ, ਐਕਸਪ੍ਰੈਸ਼ਨ, ਬਿਲੀਫ, ਫੇਥ ਤੇ ਵਰਸ਼ਿਪ। ਇਕੁਐਲਿਟੀ, ਫਿਰ ਇਕੁਐਲਿਟੀ ਕਿਸ ਕਿਸ ਚੀਜ਼ ਦੀ, ਇਕੁਐਲਿਟੀ ਸਟੇਟਸ ਐਂਡ ਆਫ ਓਪਰਚੁਨਿਟੀ ਐਂਡ ਟੂ ਪ੍ਰਮੋਟ ਅਮੰਗ ਦੈਮ। ਫੈਟਰਨਿਟੀ, ਹੁਣ ਇੱਕ ਤਾਂ ਦੱਸਿਆ ਸੀ ਫੈਟਰਨਿਟੀ ਦੇ ਵਿੱਚ ਇੱਕ ਇੰਟੀਗ੍ਰੇਟਿਵ ਵਰਡ ਐਡ ਕੀਤਾ ਗਿਆ। ਇਹ ਕਿਹਦੇ ਅਮੈਂਡਮੈਂਟ ਦੇ ਥਰੂ ਕੀਤਾ ਗਿਆ, 42 ਅਮੈਂਡਮੈਂਟ ਦੇ ਦੌਰਾਨ 1976। 42 ਅਮੈਂਡਮੈਂਟ ਨੂੰ ਅਸੀਂ ਕੀ ਕਹਿੰਦੇ ਹਾਂ, ਮਿਨੀ ਕੌਨਸਟੀਟਿਊਸ਼ਨ। ਫੈਟਰਨਿਟੀ ਕੀ ਕਰਦਾ, ਡਿਗਨਿਟੀ ਆਫ ਦ ਇੰਡੀਵਿਜੂਅਲ ਐਂਡ ਦ ਯੂਨਿਟੀ ਆਫ ਦ ਨੇਸ਼ਨ। ਇਨ ਆਵਰ ਕੌਨਸਟੀਟਿਊਐਂਟ ਅਸੈਂਬਲੀ, ਕੱਲ੍ਹ ਤੁਹਾਨੂੰ ਦੱਸਿਆ ਸੀ ਕੌਨਸਟੀਟਿਊਐਂਟ ਅਸੈਂਬਲੀ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ, ਕਦੋਂ ਹੋਈ ਸੀ ਦੱਸੋ, 9 ਦਸੰਬਰ 1946। ਤੇ ਦੂਸਰੀ ਮੀਟਿੰਗ ਤੁਸੀਂ ਦੱਸਣੀ ਹੈ, ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੁਸੀਂ ਦੂਸਰੀ ਮੀਟਿੰਗ ਦੱਸਣੀ ਹੈ ਕੌਨਸਟੀਟਿਊਟ ਅਸੈਂਬਲੀ ਤੇ ਉਦੋਂ ਪ੍ਰੈਜ਼ੀਡੈਂਟ ਕਿਹਨੂੰ ਬਣਾਇਆ ਗਿਆ ਸੀ। ਤੁਹਾਨੂੰ ਮੈਂ ਫਸਟ ਵੀਡੀਓ ਦੇ ਵਿੱਚ ਇਹ ਚੀਜ਼ ਦੱਸੀ ਸੀਗੀ, ਕਮੈਂਟ ਬਾਕਸ ਵਿੱਚ ਦੱਸਣੀ ਹੈ। ਇੱਦਾਂ ਤਰ੍ਹਾਂ ਤੁਹਾਡੀ ਹਰ ਦੇ ਵਿੱਚ ਮੈਂ ਪਿਛਲੀ ਦੀ ਰਿਵੀਜ਼ਨ ਨਾਲ ਕਰਾਉਂਦੀ ਰਹਾਂਗੀ, ਤਾਂ ਕਿ ਪੋਲਿਟੀ ਤੁਹਾਨੂੰ ਦੁਬਾਰਾ ਨਾ ਪੜ੍ਹਨੀ ਪਵੇ, ਰੱਟਾ ਨਾ ਮਾਰਨੀ ਪਵੇ, ਇੱਦਾਂ ਹੀ ਯਾਦ ਹੋ ਜਾਏ ਵੀਡੀਓਜ਼ ਦੇਖਦੇ ਦੇਖਦੇ, ਠੀਕ ਹੈ। ਹੇਅਰ ਬਾਏ ਅਡੋਪਟ, ਇਨੈਕਟ ਐਂਡ ਗਿਵ ਆਰਸੈਲਫ ਟੂ ਦਿਸ ਕੌਨਸਟੀਟਿਊਸ਼ਨ। ਮਤਲਬ ਅਗਰ ਪੁੱਛੇਗਾ ਸਾਨੂੰ ਆਪਣਾ ਕੌਨਸਟੀਟਿਊਸ਼ਨ ਕਦੋਂ ਮਿਲਿਆ ਸੀ, ਉਹ ਮਿਲਿਆ ਸੀ 26 ਨਵੰਬਰ ਨੂੰ, ਤੇ ਇੰਪਲੀਮੈਂਟ ਅਗਰ ਪੁੱਛਿਆ ਜਾਏ ਤਾਂ ਉਹ ਹੋਇਆ ਸੀ 26 ਜਨਵਰੀ ਨੂੰ, ਠੀਕ ਹੈ। ਹੁਣ ਪ੍ਰੀਐਂਬਲ ਦੇ ਕੁਐਸਚਨਸ ਹੋ ਗਏ, ਪ੍ਰੀਐਂਬਲ ਤੁਹਾਨੂੰ ਸਮਝ ਲੱਗ ਗਿਆ। ਇਹ ਵੀਡੀਓ ਨੂੰ 2 ਵਾਰੀ ਦੇਖੋ, 3 ਵਾਰੀ ਦੇਖੋ, ਪ੍ਰੀਐਂਬਲ ਦਾ ਕੁਐਸਚਨ ਕਦੇ ਵੀ ਨਹੀਂ ਰਹੇਗਾ ਤੁਹਾਡਾ, ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਪ੍ਰੀਐਂਬਲ ਨੂੰ ਬਾਰ-ਬਾਰ ਪੜ੍ਹੋ, 2 ਵਾਰੀ 3 ਵਾਰੀ ਕੁਐਸਚਨਸ ਕਰੋਗੇ, ਤੁਹਾਨੂੰ ਪ੍ਰੀਐਂਬਲ ਹੀ ਯਾਦ ਹੋ ਜਾਣਾ ਵੇ। ਹੁਣ ਅੱਗੇ ਵਧਦੇ ਹਾਂ। ਫੰਡਾਮੈਂਟਲ ਰਾਈਟਸ ਇਨ ਆਵਰ ਕੌਨਸਟੀਟਿਊਸ਼ਨ ਆਰ ਇਨਸ਼ਰਾਈਨਡ ਟੂ। ਇਸ ਤੋਂ ਪਹਿਲੇ ਇੱਕ ਹੁੰਦੀ ਹੈ ਜਸਟਿਸ਼ੀਏਬਲ ਚੀਜ਼, ਇੱਕ ਹੁੰਦਾ ਨੌਨ ਜਸਟਿਸ਼ੀਏਬਲ, ਠੀਕ ਹੈ। ਜਸਟਿਸ਼ੀਏਬਲ ਮਤਲਬ ਜਿਹੜਾ ਆਪਾਂ ਸੁਪਰੀਮ ਕੋਰਟ 'ਚ ਜਾ ਸਕਦੇ ਹਾਂ, ਆਪਾਂ ਕਹਿ ਸਕਦੇ ਹਾਂ ਹਾਂਜੀ ਸਾਨੂੰ ਇਹ ਨਹੀਂ ਮਿਲਿਆ ਪਰ ਸਾਨੂੰ ਮਿਲਣਾ ਚਾਹੀਦਾ, ਜਸਟੀਫਾਈਡ ਹੈ। ਅਤੇ ਨੌਨ ਜਸਟਿਸ਼ੀਏਬਲ ਕੀ ਹੈ, ਆਪਾਂ ਉਸ ਚੀਜ਼ ਨੂੰ ਲੈ ਕੇ ਆਪਾਂ ਕੋਰਟ ਵਿੱਚ ਨਹੀਂ ਜਾ ਸਕਦੇ, ਹਾਂਜੀ ਸਾਨੂੰ ਮਿਲਿਆ ਨਹੀਂ ਅਤੇ ਸਾਨੂੰ ਦੇਵੋ, ਨਹੀਂ ਇੱਦਾਂ ਨਹੀਂ ਹੁੰਦਾ। ਅਤੇ ਪ੍ਰੀਐਂਬਲ ਕੀ ਹੈ, ਨੌਨ ਜਸਟਿਸ਼ੀਏਬਲ ਹੈ, ਮਤਲਬ ਤੁਸੀਂ ਸੁਪਰੀਮ ਕੋਰਟ ਵਿੱਚ ਪ੍ਰੀਐਂਬਲ ਦੇ ਖਿਲਾਫ ਕੇਸ ਨਹੀਂ ਕਰ ਸਕਦੇ। ਇੱਦਾਂ ਹੀ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਕੀ ਨੇ, ਜਸਟਿਸ਼ੀਏਬਲ ਨੇ, ਮਤਲਬ ਅਸੀਂ ਸੁਪਰੀਮ ਕੋਰਟ ਜਾ ਸਕਦੇ ਹਾਂ ਕਿ ਸਾਡਾ ਇਹਲਾ ਰਾਈਟ ਵਾਇਲੇਟ ਹੋਇਆ, ਸਾਨੂੰ ਇਹ ਰਾਈਟ ਨੂੰ ਦਿਓ। ਜਿੱਦਾਂ ਕਿ ਸਬਰੀਮਾਲਾ ਟੈਂਪਲ ਦਾ ਤੁਹਾਨੂੰ ਪਤਾ ਹੈ, ਉਹ ਕਿਹਦੇ ਅੰਡਰ ਆ ਰਿਹਾ ਸੀ, ਫੰਡਾਮੈਂਟਲ ਰਾਈਟਸ ਕਿਹਦੇ ਵਿੱਚ ਆ ਰਿਹਾ ਸੀ, ਆਰਟੀਕਲ 19 ਦੇ ਅੰਦਰ ਆਉਂਦਾ ਸੀ, ਅਤੇ ਅਬੋਲਿਸ਼ਨ ਆਫ ਅਨਟੱਚੇਬਿਲਿਟੀ ਵੀ ਆ ਜਾਂਦਾ ਸੀ, ਠੀਕ ਹੈ। ਹੁਣ ਫੰਡਾਮੈਂਟਲ ਰਾਈਟਸ ਆਰ ਇਨਸ਼ਰਾਈਨਡ ਇਨ, ਇਹਦਾ ਆਨਸਰ ਕੀ ਆਏਗਾ, ਪਾਰਟ 3 ਆਰਟੀਕਲ 12 to 35। ਇਹਦੇ ਵਿੱਚ ਬੱਚੇ ਨਾ ਕਨਫਿਊਜ਼ ਹੋ ਜਾਂਦੇ ਨੇ, ਕਿਉਂਕਿ ਕਿੱਦਾਂ ਵਾ ਇਹਦਾ ਸਿਸਟਮ ਕੀ ਹੁੰਦਾ, ਆਪਾਂ ਹਮੇਸ਼ਾ ਯਾਦ ਕਰਦੇ ਹਾਂ ਆਰਟੀਕਲ 14 ਤੋਂ ਫੰਡਾਮੈਂਟਲ ਰਾਈਟ, ਸਾਨੂੰ ਪਤਾ 14 to 18 ਇਕੁਐਲਿਟੀ ਬਿਫੋਰ ਲੋ ਨੇ, ਫਿਰ ਠੀਕ ਹੈ, ਫਿਰ ਅੱਗੇ 19 to 22 ਹੈ, ਫਿਰ 23 to, ਠੀਕ ਹੈ, 23 to 24 ਨੇ, ਇੱਦਾਂ ਕਰਕੇ ਸਾਨੂੰ ਪਤਾ ਫੰਡਾਮੈਂਟਲ ਰਾਈਟਸ ਨੇ। ਇਸ ਲਈ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ 12, 13 ਅਤੇ 34, 35 ਵੀ ਆਪਣੇ ਫੰਡਾਮੈਂਟਲ ਰਾਈਟ ਦੇ ਅੰਦਰ ਆਉਂਦੇ ਨੇ, ਅਤੇ ਇਹ ਚੀਜ਼ ਯਾਦ ਰੱਖਣੀ ਹੈ, ਆਰਟੀਕਲ 12 to 35 ਕੀ ਨੇ, ਫੰਡਾਮੈਂਟਲ ਰਾਈਟ ਦੇ ਅੰਡਰ ਹੈ, ਠੀਕ ਹੈ। ਹੂ ਇਜ਼ ਦ ਫਾਊਂਡਰ ਆਫ ਦ ਇੰਟੀਗ੍ਰੇਸ਼ਨ ਆਫ ਪ੍ਰਿੰਸਲੀ ਸਟੇਟ, ਇਹਨੂੰ ਇੱਦਾਂ ਹੀ ਯਾਦ ਰੱਖਣਾ ਵਾ, ਹੂ ਇਜ਼ ਦ ਫਾਊਂਡਰ ਆਫ ਦ ਇੰਟੀਗ੍ਰੇਸ਼ਨ ਆਫ ਇੰਡੀਅਨ ਪ੍ਰਿੰਸਲੀ ਸਟੇਟ, ਕੌਣ ਹੈ, ਸਰਦਾਰ ਵੱਲਭ ਭਾਈ ਪਟੇਲ। ਕੌਣ ਹੈ ਫਾਊਂਡਰ ਆਫ ਦ ਇੰਡੀਅਨ ਪ੍ਰਿੰਸਲੀ ਸਟੇਟ, ਸਰਦਾਰ ਵੱਲਭ ਭਾਈ ਪਟੇਲ, ਠੀਕ ਹੈ। ਇਹ ਯਾਦ ਰੱਖਣਾ ਆਪਣਾ ਆਨਸਰ,
founder of the integration of Indian princely state. Who is the head of the drafting committee? Head कौन सी drafting committee ਦੇ? Dr. B.R. ਅੰਬੇਦਕਰ। Very important, ਬਹੁਤ ਪੇਪਰਾਂ ਵਿੱਚ ਇਹ question ਪੁੱਛੇ ਜਾ ਚੁੱਕਿਆ ਹੈ। Very important, head of the drafting committee कौन है? Dr. B.R. ਅੰਬੇਦਕਰ। ठीक है। Which article deals with the abolition of untouchability? Abolition of untouchability article 17 ਦੇ ਨਾਲ ਡੀਲ ਕਰਦਾ ਹੈ। ਇਹ ਵੀ ਕੁਐਸਚਨ ਆ ਚੁੱਕਾ ਹੋਇਆ ਹੈ, ਇਹ ਪਟਵਾਰੀ ਦੇ ਇਸ ਪੇਪਰ ਵਿੱਚ ਆਇਆ ਸੀਗਾ। ਠੀਕ ਹੈ। abolition of untouchability ਕਿਹਦੇ ਅੰਡਰ ਆਉਂਦਾ? ਆਰਟੀਕਲ 17। ਤੇ ਹੁਣ ਸਾਨੂੰ ਕੀ ਪਤਾ ਹੈ ਕਿ ਆਰਟੀਕਲ 14 ਤੋਂ ਲੈ ਕੇ, ਇੱਕ ਮਿੰਟ, ਹਾਂ, ਆਰਟੀਕਲ 14 ਤੋਂ 18 ਤੋਂ ਲੈ ਕੇ ਰਾਈਟ ਟੂ ਇਕੁਐਲਿਟੀ ਕਿਹਾ ਜਾਂਦਾ ਹੈ। ਕੀ ਇਹਨੇ? ਫੰਡਾਮੈਂਟਲ ਰਾਈਟ ਹੈ। ਠੀਕ ਹੈ। ਪਹਿਲਾ ਆਪਣਾ ਫੰਡਾਮੈਂਟਲ ਰਾਈਟ ਹੈ, ਪਹਿਲਾ ਫੰਡਾਮੈਂਟਲ ਰਾਈਟ ਨੇ ਰਾਈਟ ਟੂ ਇਕੁਐਲਿਟੀ ਪਹਿਲਾ, that is article 14 to 18। 14 की है? equality before law। 15th no discrimination on the basis of religion, race, caste ਤੇ gender। 16th equal opportunity in job। 17 abolition of untouchability। 18 abolition of titles like prince, king, queen, except education। education मतलब ਆਪਾਂ ਡਾਕਟਰ ਲਗਾ ਸਕਦੇ ਹਾਂ ਨਾ ਆਪਣੇ ਅੱਗੇ, ਇੰਜੀਨੀਅਰ ਲੱਗ ਸਕਦਾ ਵਾ, ਮਿਲਟਰੀ ਵਿੱਚ ਮਿਲਟਰੀ ਵਾਲੇ ਵੀ ਆਪਾਂ ਲਗਾ ਸਕਦੇ, ਕੈਪਟਨ ਲੱਗ ਜਾਂਦਾ ਵਾ। ਠੀਕ ਹੈ। ਇੱਦਾਂ ਆ ਗਈ ਸਮਝ? ਇਹ ਤੁਹਾਡਾ ਹੁਣ ਮਤਲਬ ਕੀ ਹੋਇਆ? ਤੁਹਾਡਾ ਪਹਿਲਾ ਫੰਡਾਮੈਂਟਲ ਰਾਈਟ ਤੁਹਾਨੂੰ ਹੋ ਗਿਆ। ਪਹਿਲਾ ਫੰਡਾਮੈਂਟਲ ਰਾਈਟ ਕੀ ਹੈ? ਰਾਈਟ ਟੂ ਇਕੁਐਲਿਟੀ। ਠੀਕ ਹੈ। ਉਹਦੇ ਅੰਡਰ 14 to 18 ਦੇ ਵਿੱਚ ਆਉਂਦੇ ਨੇ ਆਰਟੀਕਲਸ, ਤੇ ਸਾਰੇ ਆਰਟੀਕਲਸ ਤੁਹਾਨੂੰ ਬਾਏ ਹਾਰਟ ਯਾਦ ਹੋਣੇ ਚਾਹੀਦੇ ਨੇ, ਕਿਉਂਕਿ ਕੋਈ ਨਾ ਕੋਈ ਪੇਪਰ 'ਚ ਪੁੱਛਿਆ ਹੀ ਜਾਂਦਾ ਹੈ। ਹੁਣ ਜਿਵੇਂ ਪ੍ਰੀਵੀਅਸ ਏਜ ਪੁੱਛਿਆ ਹੋਇਆ ਸੀਗਾ ਅਨਟੱਚੇਬਿਲਟੀ ਨੂੰ ਲੈ ਕੇ। ਠੀਕ ਹੈ। ਨੈਕਸਟ ਕੁਐਸਚਨ ਕਰਦੇ ਹਾਂ, ਵਿਚ ਆਰਟੀਕਲ ਇਜ਼ ਨੋਨ ਐਜ਼ ਹਾਰਟ ਐਂਡ ਸੋਲ ਆਫ ਦ ਕੌਨਸਟੀਟਿਊਸ਼ਨ? ਕਿਹੜੇ ਆਰਟੀਕਲ ਨੂੰ ਹਾਰਟ ਐਂਡ ਸੋਲ ਆਫ ਦ ਕੌਨਸਟੀਟਿਊਸ਼ਨ ਕਿਹਾ ਜਾਂਦਾ ਵਾ? ਆਰਟੀਕਲ 32। ਕਿਹਦੇ ਦੁਆਰਾ ਕਿਹਾ ਗਿਆ ਸੀ? ਡਾਕਟਰ ਬੀ ਆਰ ਅੰਬੇਦਕਰ ਦੇ ਦੁਆਰਾ। ਕਿਉਂ ਕਿਹਾ ਗਿਆ ਸੀ? ਅਗਰ ਆਪਣਾ ਕੋਈ ਫੰਡਾਮੈਂਟਲ ਰਾਈਟ ਵਾਇਲੇਟ ਹੋ ਰਿਹਾ ਵਾ, ਆਪਾਂ ਸੁਪਰੀਮ ਕੋਰਟ ਜਾ ਸਕਦੇ ਹਾਂ ਆਰਟੀਕਲ 32 ਦੇ ਅਕੋਰਡਿੰਗ, ਤੇ ਉੱਥੇ ਕਹਿ ਸਕਦੇ ਹਾਂ ਸਾਡਾ ਕਿ ਇਹ ਵਾਲਾ ਫੰਡਾਮੈਂਟਲ ਰਾਈਟ ਸਾਨੂੰ ਨਹੀਂ ਮਿਲ ਰਿਹਾ। ਠੀਕ ਹੈ। ਸਬਰੀਮਾਲਾ ਕੇਸ ਵਾਲਾ ਜਿਹੜਾ ਆਪਣਾ ਇੰਨਾ ਚੱਲਿਆ ਸੀਗਾ ਕਿ ਲੇਡੀਜ਼ ਨੂੰ ਉੱਥੇ ਅੰਦਰ ਨਹੀਂ ਜਾਇਆ ਜਾਂਦਾ ਸੀਗਾ ਮੰਦਿਰ ਦੇ ਵਿੱਚ, ਤੇ ਏਜ ਅਕੋਰਡਿੰਗ ਸੀਗਾ ਕਿ 10 ਤੋਂ ਲੈ ਕੇ 50 ਇੰਨੀ ਇਸ ਏਜ ਦੀ ਕੁਝ ਅਰਾਊਂਡ ਦੇ ਵਿੱਚ ਲੇਡੀਜ਼ ਨੂੰ ਮੰਦਿਰ ਦੇ ਅੰਦਰ ਨਹੀਂ ਜਾਇਆ ਜਾਂਦਾ ਸੀ। ਤਾਂ ਇਹਦੇ ਅਕੋਰਡਿੰਗ ਹੀ ਆਰਟੀਕਲ 32 ਦੇ ਦੌਰਾਨ ਸੁਪਰੀਮ ਕੋਰਟ ਦੇ ਅੰਦਰ ਗਿਆ ਸੀ ਕਿ ਸਾਡੇ ਇਹ ਵਾਲੇ ਆਰਟੀਕਲਸ ਕੀ ਨੇ, ਸਾਨੂੰ ਇਹ ਵਾਲੇ ਫੰਡਾਮੈਂਟਲ ਰਾਈਟਸ ਕੀ ਨੇ, ਸਾਨੂੰ ਨਹੀਂ ਦਿੱਤੇ ਜਾ ਰਹੇ। ਠੀਕ ਹੈ। ਆਪਾਂ ਹੌਲੀ ਹੌਲੀ ਸਾਰੇ ਫੰਡਾਮੈਂਟਲ ਰਾਈਟਸ ਕਰਾਂਗੇ। ਅੱਜ ਆਪਾਂ 14 to 18 ਕਰ ਲਿਆ। ਰਾਈਟ ਬਿਫੋਰ ਇਕੁਐਲਿਟੀ ਬਿਫੋਰ ਲੋ, ਮਤਲਬ ਇਕੁਐਲਿਟੀ ਨਹੀਂ ਲਿੱਤੀ ਜਾ ਰਹੀ। ਕਿੱਦਾਂ ਨਹੀਂ ਇਕੁਐਲਿਟੀ ਹੋ ਰਹੀ? ਵੂਮਨ ਤੇ ਮੈਨ ਦੇ ਵਿੱਚ ਕੀ ਕੀਤਾ ਜਾ ਰਿਹਾ ਵਾ? ਡਿਫਰੈਂਸ਼ੀਏਟ ਕੀਤਾ ਜਾ ਰਿਹਾ, ਤੇ ਆਪਾਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ। ਆਰਟੀਕਲ 15 ਦੇ ਦੌਰਾਨ ਕੀ ਕਹਿ ਰਿਹਾ ਵਾ? ਨੋ ਡਿਸਕ੍ਰਿਮੀਨੇਸ਼ਨ, ਕੋਈ ਡਿਸਕ੍ਰਿਮੀਨੇਸ਼ਨ ਆਪਾਂ ਕੀ ਆ ਨਹੀਂ ਕਰ ਸਕਦੇ। ਠੀਕ ਹੈ। ਹੁਣ ਨੈਕਸਟ ਕੁਐਸਚਨ। ਠੀਕ ਹੈ। ਇਹੀ ਕੌਨਸਟੀਟਿਊਸ਼ਨਲ ਰੈਮੇਡੀ ਵੀ ਕਿਹਾ ਜਾਂਦਾ, ਰਾਈਟ ਟੂ ਕੌਨਸਟੀਟਿਊਸ਼ਨਲ ਰੈਮੇਡੀ। ਇਸ ਆਰਟੀਕਲ ਨੂੰ ਕੀ ਕਿਹਾ ਜਾਂਦਾ ਵਾ? ਰਾਈਟ ਟੂ ਕੌਨਸਟੀਟਿਊਸ਼ਨਲ ਰੈਮੇਡੀ। ਕੀ ਕਿਹਾ ਜਾਂਦਾ ਵਾ? ਰਾਈਟ ਟੂ ਕੌਨਸਟੀਟਿਊਸ਼ਨਲ ਰੈਮੇਡੀ ਕਿਹਾ ਜਾਂਦਾ ਇਸ ਆਰਟੀਕਲ ਨੂੰ। ਹੁਣ ਅੱਗੇ ਕੱਲ੍ਹ ਅਸੀਂ ਕੀਤੇ ਸੀ ਕੌਨਸਟੀਟਿਊਸ਼ਨ ਕਿੱਥੋਂ ਬੋਰੋ ਕੀਤੇ ਗਏ ਨੇ, ਇਹ ਕੁਛ ਹੋਰ ਚੀਜ਼ਾਂ ਨੇ ਤੇ ਕੁਛ ਰਿਪੀਟ ਵੀ ਹੈ ਪਿਛਲਾ ਕੁਐਸਚਨ। ਹੁਣ ਤੁਸੀਂ ਇਹ ਕੁਐਸਚਨ ਨੂੰ ਧਿਆਨ ਨਾਲ ਦੇਖੋ, ਵੀਡੀਓ ਨੂੰ ਪੌਜ਼ ਕਰਨਾ ਤੇ ਇਹਦਾ ਆਨਸਰ ਦੇਣ ਦੀ ਕੋਸ਼ਿਸ਼ ਕਰਨਾ। ਉਸ ਤੋਂ ਬਾਅਦ ਫਿਰ ਵੀਡੀਓ ਨੂੰ ਪਲੇ ਕਰਕੇ ਇਹਦਾ ਆਨਸਰ ਦੇਣਾ। ਇਹਦਾ ਆਨਸਰ ਕੀ ਹੋਏਗਾ? DSPs ਕਿੱਥੋਂ ਲਿੱਤੇ ਗਏ ਨੇ? ਆਇਰਲੈਂਡ ਤੋਂ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਫੰਡਾਮੈਂਟਲ ਰਾਈਟਸ ਕਿੱਥੋਂ ਲਿੱਤੇ ਗਏ ਨੇ? ਦੱਸੋ। ਕਰਵਾਇਆ ਪਿੱਛੇ ਕੁਐਸਚਨ ਪੋਜ਼ ਕਰਕੇ। ਫੰਡਾਮੈਂਟਲ ਰਾਈਟਸ ਲਿੱਤੇ ਗਏ ਨੇ USA ਤੋਂ। ਕੌਨਕਰੈਂਟ ਲਿਸਟ ਦਾ ਕੱਲ੍ਹ ਕੁਐਸਚਨ ਕਰਵਾਇਆ ਸੀ, ਕਿੱਥੋਂ ਲਿੱਤਾ ਗਿਆ? ਆਸਟ੍ਰੇਲੀਆ ਤੋਂ। ਤੇ ਫੰਡਾਮੈਂਟਲ ਡਿਊਟੀਜ਼ USSR ਤੋਂ ਲਿੱਤੇ ਗਏ ਨੇ। ਸੋ ਇਹਦਾ ਕਰੈਕਟ ਆਪਸ਼ਨ ਕੀ ਹੋ ਜਾਏਗਾ? 3। ਫੰਡਾਮੈਂਟਲ ਰਾਈਟਸ USA ਤੋਂ, ਫੰਡਾਮੈਂਟਲ ਡਿਊਟੀਜ਼ 4, ਕੌਨਕਰੈਂਟ ਲਿਸਟ 3142। ਸੋ ਆਨਸਰ ਕੀ ਹੋ ਜਾਏਗਾ? B ਪਾਰਟ। ਠੀਕ ਹੈ। ਇੱਦਾਂ ਹੀ ਰੋਜ਼ ਮੈਂ ਇੱਕ ਕੁਐਸਚਨ ਪਾਇਆ ਕਰਾਂਗੀ ਕਿ ਕੌਨਸਟੀਟਿਊਸ਼ਨ ਕਿੱਥੋਂ ਬੋਰੋ ਕੀਤਾ ਗਿਆ ਹੈ, ਤਾਂ ਕਿ ਤੁਹਾਨੂੰ ਕੀ ਹੈ ਯਾਦ ਹੋ ਜਾਣ ਇਹ ਸਾਰੇ ਕਿੱਥੋਂ ਬੋਰੋ ਕੀਤਾ ਗਿਆ ਵਾ। ਚੰਗੀ ਤਰ੍ਹਾਂ ਫਿੱਟ ਹੋ ਜਾਣ, ਤੁਹਾਨੂੰ ਰੱਟਾ ਨਾ ਮਾਰਨਾ ਪਏ, ਆਟੋਮੈਟਿਕਲੀ ਤੁਹਾਡੇ ਦਿਮਾਗ ਦੇ ਅੰਦਰ ਕੀ ਹੋ ਜਾਣ? ਫਿੱਟ ਹੋ ਜਾਣ ਇਹ ਚੀਜ਼ਾਂ। ਠੀਕ ਹੈ। ਨੈਕਸਟ ਕੁਐਸਚਨ, ਇਹ ਤੁਹਾਡਾ ਪ੍ਰੀਵੀਅਸ ਈਅਰ ਕੁਐਸਚਨ ਹੈ, ਇਹ ਚੀਜ਼ ਨੂੰ ਨਾ ਦੇਖਣਾ। ਠੀਕ ਹੈ। ਇਹਦਾ ਆਨਸਰ ਕੀ ਹੈ?
बी पार्ट। ठीक है, की आंसर है ਇਹਦਾ बी पार्ट। उस तो बाद की है इन द कॉन्स्टिट्यूशन ऑफ इंडिया प्रमोशन ऑफ इंटरनेशनल पीस एंड सिक्योरिटी इज इंक्लूडिड इन। ਹੁਣ ਇਹ ਕਿਹਦੇ ਵਿੱਚ ਹੈ? ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਮਤਲਬ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਕੌਨਸਟੀਟਿਊਸ਼ਨ ਦੇ ਵਿੱਚ ਕਿਹਦੇ ਅੰਡਰ ਹੈਗੀਆਂ ਨੇ? DSPs ਦੇ ਅੰਦਰ। ਇਹ ਵੀ ਪ੍ਰੀਵੀਅਸ ਈਅਰ ਕੁਐਸਚਨ ਹੈ, ਇੰਪੋਰਟੈਂਟ ਹੈ। ठीक है, प्रीवियस ईयर क्वेश्चन है अपना इंटरनेशनल पीस एंड सिक्योरिटी DPSPs। DPSPs किहड़े पार्ट के अंदर आंदियां ने? 4th पार्ट। किहड़े पार्ट विच आंदा वा DPSP? किहड़े पार्ट विच आंदा अपने कॉन्स्टिट्यूशन दे? 4th पार्ट विच आंदा है। ठीक है, तो इंटरनेशनल पीस एंड सिक्योरिटी किहड़े आर्टिकल के अंदर आ रहा है? 51 आर्टिकल के अंदर आंदा है। 51 आर्टिकल की कहता है? प्रमोशन ऑफ इंटरनेशनल पीस एंड सिक्योरिटी। 51 आर्टिकल अपन नूं की कहंदा वा? प्रमोशन ऑफ इंटरनेशनल पीस एंड सिक्योरिटी। ठीक है, अज दा लास्ट क्वेश्चन है टू अपहोल्ड एंड प्रोटेक्ट द सॉवरेनिटी यूनिटी एंड इंटीग्रिटी ऑफ इंडिया इज़ अ प्रोविजन मेड इन। मतलब साडी जिहड़ी सॉवरेनिटी यूनिटी ते इंटीग्रिटी उन्नू प्रोटेक्ट करन दी जिम्मेदारी किहदे विच है? यह भी प्रीवियस ईयर क्वेश्चन है अपना। किहदे विच है? फंडामेंटल ड्यूटीज़ के अंदर आती है। ठीक है, टू अपहोल्ड एंड प्रोटेक्ट द सॉवरेनिटी यूनिटी एंड इंटीग्रिटी ऑफ इंडिया। इंडिया दी प्रीएम्बल की कहता है? ऑफ पीपल, लोगों की यूनिटी इंटीग्रिटी। हुण इंडिया इंटीग्रिटी ऑफ इंडिया किहदे विच है? फंडामेंटल ड्यूटीज़। किहड़े आर्टिकल के अंदर आंदा है? 51A(C). फंडामेंटल ड्यूटीज़ किहड़े पार्ट के अंदर आंदे ने? पार्ट 4A दे अंदर। किसी भी आर्टिकल के अगे एवें कैपिटल दे विच लिखिया होया, मतलब है किसी अमेंडमेंट के दौरान यह चीज़ों नूं लैके आए गए आपां। ठीक है, किसी अमेंडमेंट के दौरान। अज मैं तुहानूं एक अमेंडमेंट कराई है 42 अमेंडमेंट 1976। उन्होंने याद रखना, बहुत इंपॉर्टेंट अमेंडमेंट है। उन्होंने मिनी कॉन्स्टिट्यूशन भी कहा जाता है, तो उहदे अंदर होर भी बहुत सारी अमेंडमेंट्स हुई ने। कल आप इदा करा पहले डिस्कस कर लवेंगे कि 42 अमेंडमेंट के अंदर मेन कि अमेंडमेंट्स हुई ने, क्योंकि बहुत इंपॉर्टेंट है। एक ना एक अमेंडमेंट वो ही पूछी जाती है। तो आप एक 42 अमेंडमेंट कल करा तो एक 44। यह दोनों के बहुत कन्फ्यूजन रहती है, तो दोनों के बहुत सारी इंपॉर्टेंट अमेंडमेंट्स हुई ने। की करा 42 अमेंडमेंट तो 44 अमेंडमेंट, यह पहले डिस्कस करा। उस तो बाद आप अगे क्वेश्चनस नूं होर करा। ठीक है, थैंक यू। अज लिए इन्ना ही। अपने दोनों पार्ट्स चंगी तरह 2-2 बारी देखो, तुहानूं याद हो जाएगा। थैंक यू। इस चैनल नूं सबसक्राइब करो, तो वध तो वध शेयर करो, तो लाइक करो वीडियोज़ नूं, ताकि तुहानूं इसी तरह हर पेपर की, पंजाब के हर पेपर की वीडियो तुहानूं मिलती रहे, तो तुहाडा पेपर जल्दी ही क्लीयर हो। थैंक यू।